ਧੰਨ ਵਾਹਿਗੁਰੂ ਜੀਓ। ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ। ਨੈਣਾਂ ਦੇਖਤ ਇਹ ਜਗ ਜਾਈ। ਲਾਜ ਨਾ ਮਰਹੁ ਕਹੋ ਘਰ ਮੇਰਾ। ਅੰਤ ਕੀ ਬਾਰ ਨਹੀਂ ਕਛ ਤੇਰਾ। ਰਹਾ ਅਨੇਕ ਜਤਨ ਕਰ ਕਾਇਆ ਪਾੜੀ। ਮਰਤੀ ਬਾਰ ਅਗਨ ਸੰਗ ਜਾਲੀ। ਚੋਆ ਚੰਦਨ ਮਰਦਨ ਅੰਗਾ। ਸੋ ਤਨ ਜਲੈ ਕਾਠ ਕੈ ਸੰਗਾ। ਕਹੋ ਕਬੀਰ ਸੁਨਹੁ ਰੇ ਗੁਨੀਆ। ਬਿਨਸੈ ਗੋ ਰੂਪ ਦੇਖੈ ਸਭ ਦੁਨੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਆਪਾਂ ਰੋਜ਼ਾਨਾ ਦੇ ਦੀਵਾਨਾਂ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਬਾਣੀ, ਉਹਨਾਂ ਦੇ ਸ਼ਬਦਾਂ ਦੀ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਇਸੇ ਲੜੀ ਤਹਿਤ ਆਪ ਜੀ ਨੇ ਜਿਸ ਪਾਵਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 325 ਉੱਪਰ ਗੌੜੀ ਰਾਗ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਸੁਭਾਈਮਾਨ ਹੈ। ਰਹਾਉ ਦੇ ਬੰਦ ਨੂੰ ਸਨਮੁਖ ਰੱਖਦਿਆਂ ਹੋਇਆਂ ਸ਼ਬਦ ਦੇ ਉਪਦੇਸ਼ ਨੂੰ ਸਮਝਣ ਦਾ ਆਪਾਂ ਯਤਨ ਕਰਦੇ ਹਾਂ। ਪਰਮੇਸ਼ਰ ਦੇ ਰਾਹ ਤੇ ਤੁਰਨ ਵਾਲਾ ਜੀਵ, ਭਗਤੀ ਮਾਰਗ ਨੂੰ ਅਪਣਾਉਣ ਵਾਲਾ ਮਨੁੱਖ ਵਾਪਰ ਰਹੀਆਂ ਅਟੱਲ ਸਚਾਈਆਂ ਨੂੰ ਕਦੇ ਵੀ ਆਪਣੇ ਮਨ ਤੋਂ ਭੁਲਾਉਂਦਾ ਨਹੀਂ, ਬਲਕਿ ਉਹ ਉਹਨਾਂ ਸਚਾਈਆਂ ਦੇ ਨਾਲ ਇੱਕ ਸੁਰ ਹੋ ਕੇ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ। ਉਹਨਾਂ ਵਾਪਰ ਰਹੀਆਂ ਇਹਨਾਂ ਅਟੱਲ ਸਚਾਈਆਂ ਦੇ ਵਿੱਚ ਹੀ ਇਹ ਸਚਾਈ ਹੈ ਕਿ ਜਿਸ ਵੀ ਮਨੁੱਖ ਨੇ ਜਨਮ ਲਿਆ ਹੈ ਉਸਨੇ ਅਖੀਰ ਨੂੰ ਇਸ ਦੇਹ ਨੂੰ ਤਿਆਗਣਾ ਹੈ। ਭਾਵੇਂ ਜੀਵਨ ਸਦਾ ਥਿਰ ਨਹੀਂ ਰਹਿਣਾ, ਜਾਂ ਇਉਂ ਕਹਿ ਲਓ ਸਰੀਰ ਸਦਾ ਥਿਰ ਨਹੀਂ ਰਹਿਣਾ। ਜੀਵਨ ਤਾਂ ਇਸ ਕਾਇਨਾਤ ਦੇ ਅੰਦਰ ਘਟ ਘਟ ਵਿੱਚ ਮੌਲ ਰਿਹਾ ਹੈ, ਵਿਗਸ ਰਿਹਾ ਹੈ, ਪਰ ਜਿਹੜੀ ਸਾਡੀ ਦੇਹੀ ਹੈ, ਸਾਡਾ ਸਰੀਰ ਹੈ, ਇਹ ਸਮੇਂ ਦੇ ਲਿਹਾਜ਼ ਨਾਲ ਨਾ ਸਦਾ ਥਿਰ ਰਿਹਾ ਹੈ, ਨਾ ਰਹਿ ਰਿਹਾ ਹੈ ਔਰ ਨਾ ਰਹੇਗਾ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ, ਅਸੀਂ
ਜਿੰਨੀ ਜਿੰਨੀ ਵੀ ਉਮਰ ਸਾਰਿਆਂ ਨੇ ਹੰਢਾ ਲਈ ਹੈ ਕਿ ਸਾਡਾ ਸਰੀਰ ਅੱਜ ਤੋਂ 10 ਸਾਲ ਪਹਿਲਾਂ, 5 ਸਾਲ ਪਹਿਲਾਂ, 2 ਸਾਲ ਪਹਿਲਾਂ ਭਾਵ ਸਮੇਂ ਦੇ ਬਦਲਣ ਨਾਲ ਨਹੀਂ ਬਦਲਿਆ? ਬਿਲਕੁਲ ਬਦਲਿਆ। ਪਾਣੀ ਦੀ ਬੂੰਦ ਤੋਂ ਪੈਦਾ ਹੋਇਆ ਇਹ ਸਰੀਰ, ਇਸ ਨੇ ਬਚਪਨ ਦੇ ਕਈ ਪੜਾਅ ਹੰਢਾਏ ਨੇ, ਇਸ ਨੇ ਜਵਾਨੀ ਦੇ ਕਈ ਸਟੈਪ ਵੇਖੇ ਨੇ, ਫਿਰ ਇਹ ਬੁਢੇਪੇ ਦੇ ਕਈ ਰੰਗ ਵੇਖਦਾ। ਹਰ ਪਲ, ਹਰ ਘੜੀ, ਸਮੇਂ ਦਾ ਹਰ ਇੱਕ ਪੜਾਅ ਜਿਹੜਾ ਉਸ ਸਰੀਰ ਦੇ ਉੱਤੇ ਪੂਰਾ ਇਫੈਕਟ ਪਾਉਂਦਾ ਹੈ, ਪ੍ਰਭਾਵ ਪਾਉਂਦਾ ਹੈ। ਕਈ ਵਾਰ ਤਾਂ ਸਾਡੇ ਚਿਹਰੇ ਮੋਹਰੇ ਵੀ ਤਬਦੀਲ ਹੋ ਜਾਂਦੇ। ਚਿਰਾਂ ਬਾਅਦ ਮਿਲਣ ਵਾਲਾ ਸਾਡਾ ਕੋਈ ਸਨੇਹੀ ਸਾਨੂੰ ਪਹਿਚਾਣ ਨਹੀਂ ਪਾਉਂਦਾ, ਉਹ ਕਹਿੰਦਾ ਬੜਾ ਚਿਰ ਹੋ ਗਿਆ ਸੀ ਤੁਹਾਨੂੰ ਦੇਖਿਆ, ਤੁਹਾਡੀ ਪਹਿਚਾਣ ਹੀ ਨਹੀਂ ਆਈ ਕਿਉਂਕਿ ਹੁਣ ਤੁਹਾਡਾ ਸਰੂਪ ਜਿਹੜਾ ਉਹ ਬਦਲ ਗਿਆ। ਵਕਤ ਨੇ ਸਰੀਰ ਨੂੰ ਇੱਕ ਥਾਂ ਹੀ ਨਹੀਂ ਰਹਿਣ ਦਿੱਤਾ। ਕੋਈ ਵੀ ਸੰਸਾਰ ਦੀ ਬਣਾਵਟ ਹੈ, ਰੂਪ ਰੰਗ ਆਕਾਰ ਹਨ, ਉਹਨਾਂ ਨੂੰ ਸਮਾਂ ਤਬਦੀਲ ਕਰਦਾ ਰਹਿੰਦਾ ਹੈ, ਬਦਲਦਾ ਰਹਿੰਦਾ ਹੈ। ਔਰ ਜਿਸ ਸਮੇਂ ਦੇ ਗਰਭ ਵਿੱਚੋਂ ਇਹ ਪੈਦਾ ਹੋਏ ਨੇ ਓੜਕ ਨੂੰ, ਉਸੇ ਸਮੇਂ ਦੇ ਵਿੱਚ ਹੀ ਸਾਰਾ ਕੁਝ ਲੈ ਔਰ ਵਲੀਨ ਹੋ ਜਾਂਦਾ ਹੈ। ਤੋ ਜਿਹੜਾ ਸੱਚ ਦਾ ਪਾਂਧੀ ਹੈ, ਪਰਮੇਸ਼ਰ ਦੇ ਰਾਹ ਤੇ ਤੁਰਨ ਵਾਲਾ ਜੀਵ ਹੈ, ਉਹ ਜੀਵਨ ਦੀ ਇਸ ਅਟੱਲ ਸਚਾਈ ਨਾਲ ਇੱਕ ਸੁਰ ਹੋ ਕੇ ਜ਼ਿੰਦਗੀ ਬਤੀਤ ਕਰਦਾ। ਉਹ ਰੋਸਾ ਨਹੀਂ ਕਰਦਾ, ਉਹਦੇ ਅੰਦਰ ਉਲਾਂਭਾ ਵੀ ਨਹੀਂ ਹੈ, ਉਹਦੇ ਅੰਦਰ ਗਿਲਾ ਵੀ ਨਹੀਂ ਹੈ। ਉਹ ਤਾਂ ਵਾਹਿਗੁਰੂ ਦੇ, ਅਕਾਲ ਪੁਰਖ ਦੇ, ਕੁਦਰਤ ਦੇ ਇਹਨਾਂ ਰੰਗਾਂ ਨੂੰ ਮਾਣਦਾ ਰਹਿੰਦਾ ਹੈ ਔਰ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ ਕਿਉਂਕਿ ਉਹ ਇਸ ਸਚਾਈ ਤੋਂ ਜਾਣੂ ਹੈ। ਦੂਜੀ ਗੱਲ, ਜਿਉਂ-ਜਿਉਂ ਮਨੁੱਖ ਇਸ ਸਚਾਈ ਨਾਲ ਇਕਸੁਰ ਹੁੰਦਾ ਹੈ, ਉਸ ਦੇ ਅੰਦਰ ਦੀ ਹਉਮੈ ਬਿਨਸਦੀ ਹੈ, ਉਹਦੇ ਅੰਦਰ ਪਾਪ ਕਰਨ ਦੀ ਜਿਹੜੀ ਉਤੇਜਨਾ ਹੈ ਉਹ ਖਤਮ ਹੁੰਦੀ ਹੈ। ਮਨੁੱਖ ਪਾਪ ਕਿਉਂ ਕਰੇਗਾ? ਹੰਕਾਰ ਵਸ ਕਿਉਂ ਹੋਵੇਗਾ? ਜਦੋਂ ਉਹ ਇਹ ਸਮਝੇਗਾ ਕਿ ਸਾਰਾ ਕੁਝ ਮੇਰਾ ਹੈ ਜਾਂ ਮੇਰਾ ਹੋਣਾ ਚਾਹੀਦਾ ਹੈ ਜਾਂ ਮੇਰੇ ਕੰਟਰੋਲ ਵਿੱਚ ਹੋਵੇ। ਉਹਦੇ ਲਈ ਜੇ ਜਾਇਜ਼ ਰਸਤਾ ਨਾ ਸੁਝਿਆ ਤਾਂ ਨਾਜਾਇਜ਼ ਤਰੀਕਾ ਵਰਤਦਾ ਹੈ। ਜੇ ਤਾਂ ਕੰਟਰੋਲ ਆਰਾਮ ਨਾਲ ਬਿਨਾਂ ਕੁਝ ਨਾਜਾਇਜ਼ ਤਰੀਕਾ ਵਰਤਿਆ, ਗਲਤ ਤਰੀਕਾ ਵਰਤਿਆ ਸਾਡੇ ਹੱਥ ਆ ਗਿਆ ਤੇ ਵਾਹ ਭਲਾ, ਨਾ ਆਇਆ ਤੇ ਜੇ ਸਾਡੀ ਮਨਸ਼ਾ ਇਹ ਹੈ ਕਿ ਕੰਟਰੋਲ ਹੋਣਾ ਚਾਹੀਦਾ ਹੈ, ਮਨਸ਼ਾ ਇਹ ਹੈ ਕਿ ਦੌਲਤ ਹੋਣੀ ਚਾਹੀਦੀ ਹੈ, ਸ਼ੌਹਰਤ ਹੋਣੀ ਚਾਹੀਦੀ ਹੈ, ਵਡਿਆਈ ਹੋਣੀ ਚਾਹੀਦੀ ਹੈ, ਸੰਸਾਰ ਦੇ ਲੋਕ ਜਿਹੜੇ ਨੇ ਉਹ ਮੇਰੇ ਅੱਗੇ ਝੁਕਦੇ ਹੋਣੇ ਚਾਹੀਦੇ, ਜੇ ਮਨਸ਼ਾ ਹੀ ਇਹ ਰੱਖੀ ਹੈ ਵੀ ਇਹ ਮੇਰਾ ਏਮ ਹੈ ਜ਼ਿੰਦਗੀ ਦਾ, ਇਹ ਮੇਰਾ ਮਕਸਦ ਹੈ ਜ਼ਿੰਦਗੀ ਦਾ, ਇਹ ਮੇਰਾ ਟੀਚਾ ਹੈ ਜ਼ਿੰਦਗੀ ਦਾ, ਤੋ ਜੇ ਸਿੱਧੇ ਢੰਗ ਨਾਲ ਨਹੀਂ ਤਾਂ ਸਿੱਧੇ ਢੰਗ ਨਾਲ, ਜਦੋਂ ਟੀਚਾ ਹੀ ਇਹ ਰੱਖਿਆ ਹੈ ਤਾਂ ਫਿਰ ਤਰੀਕਾ ਕੋਈ ਵੀ ਹੋਵੇ, ਫਿਰ ਬੰਦਾ ਉਸ ਤਰੀਕੇ ਨੂੰ ਵੀ ਚੇਂਜ ਕਰ ਲੈਂਦਾ, ਬਦਲ ਲੈਂਦਾ। ਜੇ ਸਿੱਧੇ ਢੰਗ ਨਾਲ ਨਹੀਂ ਤੇ ਅਸਿੱਧੇ ਢੰਗ ਨਾਲ। ਪਰ ਉਹਨਾਂ ਤਰੀਕਿਆਂ ਵਿੱਚ ਗੁਰਬਾਣੀ ਕਹਿੰਦੀ ਹੈ ਵੀ ਸੈਟਿਸਫੈਕਸ਼ਨ ਨਹੀਂ, ਸੰਤੁਸ਼ਟੀ ਨਹੀਂ, ਇੱਕ ਦੌੜ ਹੈ ਜਿਹੜੀ ਤੁਸੀਂ ਲਗਾਤਾਰ ਦੌੜਦੇ ਰਹਿੰਦੇ ਹੋ, ਪਰ ਉਹਦਾ ਮੁਕਾਮ ਕੋਈ ਨਹੀਂ, ਉਹਦੀ ਸਟੇਜ ਕੋਈ ਨਹੀਂ, ਉਹਦਾ ਅਖੀਰ ਤੇ ਟਿਕਾਣਾ ਕੋਈ ਨਹੀਂ। ਬਸ ਤੁਸੀਂ ਇੱਕ ਦੌੜ ਵਿੱਚ ਔਰ ਦੌੜਦੇ ਹੀ ਰਹੋਗੇ, ਆਖਰੀ ਸਾਹ ਤੱਕ ਤੁਸੀਂ ਦੌੜਦੇ ਰਹੋਗੇ। ਸਰੀਰ ਵੀ ਨਕਾਰਾ ਹੋ ਜਾਏਗਾ, ਮਨ ਦੀ ਦੌੜ ਨਹੀਂ ਮੁੱਕੇਗੀ। ਮਨ ਆਪਣੀ ਸਪੀਡ ਨਾਲ ਭੱਜਦਾ ਹੀ ਰਹੇਗਾ। ਉਹ ਜਿਹੜੀ ਬੇਚੈਨੀ ਹੈ, ਉਹ ਜਿਹੜੀ ਟਰਬਲ ਹੈ ਸਾਡੇ ਅੰਦਰ ਹਰ ਵੇਲੇ ਵਾਪਰ ਰਹੀ, ਉਹਦਾ ਕੋਈ ਇਲਾਜ ਨਹੀਂ, ਕਿਉਂਕਿ ਅਸੀਂ ਆਪਣੇ ਆਪ ਨੂੰ ਇੰਨਾ ਖੁੱਲ੍ਹਾ ਛੱਡ ਲਿਆ, ਕਿਉਂਕਿ ਅਸੀਂ ਆਪਣੇ ਆਪ ਨੂੰ ਅੰਤਰ-ਆਤਮੇ ਨੇ ਇੰਨਾ ਦੌੜ ਵਿੱਚ ਪਾ ਲਿਆ ਕਿ ਜਦੋਂ ਕੁਝ ਆ ਜਾਂਦਾ ਹੈ ਤਾਂ ਦੌੜ ਹੋਰ ਅੱਗੇ ਦੀ ਹੋ ਜਾਂਦੀ। ਕਿਸੇ ਕੋਲ ਕੁਝ ਵੇਖੀਦਾ ਹੈ ਤੇ ਮਨ ਫਿਰ ਦੌੜ ਉੱਠਦਾ ਹੈ। ਕਿਸੇ ਦੀ ਖੁਸ਼ੀ ਵਿੱਚ ਵੀ ਉਹਨੂੰ ਕੰਪੀਟੀਸ਼ਨ ਲੱਗਦਾ ਹੈ, ਕਿਸੇ ਦੇ ਦੁੱਖ ਵਿੱਚ ਉਹਨੂੰ ਆਰਾਮ ਮਿਲਣ ਲੱਗ ਜਾਂਦਾ ਵੀ ਚਲੋ ਠੀਕ ਹੋਇਆ, ਇੱਕ ਨਾਲ ਤੇ ਕੰਪੀਟੀਸ਼ਨ ਮੁੱਕਾ। ਜੋ ਡਿੱਗ ਪੈਂਦਾ ਹੈ ਉਹਦਾ ਅੰਦਰ ਚਾਹ ਹੁੰਦਾ ਵੀ ਚਲੋ ਇੱਕ ਵਿਕਟ ਡਿੱਗ ਪਈ, ਹੁਣ ਇਹਦੇ ਨਾਲ ਇਹ ਘੱਟੋ ਘੱਟ ਮੇਰੇ ਨਾਲ ਕੰਪੀਟੀਸ਼ਨ ਨਹੀਂ ਕਰੇਗਾ।
ਅਜਬ ਖੇਡ ਹੈ ਮਨੁੱਖ ਦੇ ਮਨ ਦੀ, ਵੀ ਉਹ ਦੌੜਦਾ ਵੀ ਹੈ ਤੇ ਦੂਜੇ ਦੀ ਖੁਸ਼ੀ ਵਿੱਚੋਂ ਉਹਨੂੰ ਤਕਲੀਫ ਹੋਣ ਲੱਗਦੀ ਹੈ ਤੇ ਦੂਜੇ ਦੇ ਦੁੱਖ ਵਿੱਚੋਂ ਉਹਨੂੰ ਖੁਸ਼ੀ ਹੋਣ ਲੱਗਦੀ ਹੈ। ਇੰਨੀ ਮੈਲੀ ਮਾਨਸਿਕਤਾ ਦੇ ਨਾਲ, ਇੰਨੀ ਮੈਲੀ ਅਵਸਥਾ ਦੇ ਨਾਲ ਇਹ ਦੌੜਦਾ ਹੈ, ਭੱਜਦਾ ਹੈ, ਤੇ ਜਦੋਂ ਇਹਨੂੰ ਦੂਜਿਆਂ ਦੀ ਖੁਸ਼ੀ ਵਿੱਚੋਂ ਤਕਲੀਫ ਤੇ ਦੂਜਿਆਂ ਦੀ ਤਕਲੀਫ ਵਿੱਚੋਂ ਖੁਸ਼ੀ ਦਾ ਅਨੁਭਵ ਹੋਣ ਲੱਗ ਪੈਂਦਾ ਹੈ, ਫਿਰ ਇਹ ਠਿੱਬੀਆਂ ਲਾਉਣੀਆਂ ਵੀ ਸਿੱਖ ਜਾਂਦਾ, ਕਿਉਂਕਿ ਇਹਨੂੰ ਚਾਹੀਦੀ ਖੁਸ਼ੀ ਹੈ। ਉਹ ਭਾਵੇਂ ਦੂਜੇ ਦੇ ਦੁੱਖ ਦੇ ਬੇਸ ਦੇ ਉੱਤੇ ਬਣਾਈ ਹੋਵੇ, ਇਹਨੂੰ ਚਾਹੀਦਾ ਸੁੱਖ ਹੈ ਭਾਵੇਂ ਉਹ ਦੂਜੇ ਦੇ ਦੁੱਖ ਵਿੱਚੋਂ ਪੈਦਾ ਹੋ ਰਿਹਾ ਹੋਵੇ, ਕਿਉਂਕਿ ਏਮ ਸੈੱਟ ਕਰ ਲਿਆ, ਮੰਜ਼ਿਲ ਮਿਥ ਲਈ ਹੈ, ਮੇਰਾ ਸਵਾਰਥ, ਮੇਰਾ ਸੁੱਖ। ਉਸ ਦੌੜ ਦੇ ਵਿੱਚ ਫਿਰ ਇਹ ਇਨਸਾਨ ਜਿਹੜਾ ਆਪਣੇ ਆਪ ਨੂੰ ਬੜੀ ਵਾਰ ਡੇਗਦਾ ਹੈ, ਅੰਦਰੋਂ ਮਾਰਦਾ ਹੈ, ਆਤਮ ਘਾਤ ਕਰਦਾ ਹੈ। ਇਹਦੇ ਅੰਦਰ ਧਰਮ ਦਾ ਅੰਸ਼ ਨਹੀਂ ਰਹਿ ਜਾਂਦਾ, ਪਵਿੱਤਰਤਾ ਦੀ ਕਣੀ ਨਹੀਂ ਰਹਿ ਜਾਂਦੀ, ਮਨ, ਆਤਮਾ, ਹਿਰਦਾ, ਸੁਰਤ ਸਭ ਪਲੀਤ ਹੋ ਜਾਂਦੇ ਇਸ ਦੌੜ ਵਿੱਚ। ਐਸੀ ਮਨੋ ਅਵਸਥਾ ਜਿੱਥੇ ਜੀਵੀ ਜਾ ਰਹੀ ਹੈ, ਐਸੀ ਦੌੜ ਜਿੱਥੇ ਦੌੜੀ ਜਾ ਰਹੀ ਹੈ, ਭਗਤ ਕਬੀਰ ਸਾਹਿਬ ਜੀ ਉਸ ਮਨੋ ਅਵਸਥਾ ਨੂੰ ਟਾਰਗੇਟ ਕਰਕੇ ਕਹਿੰਦੇ ਨੇ, ਲਾਜ ਨਾ ਮਰੋ ਕਹੋ ਘਰ ਮੇਰਾ। ਲਾਜ ਦਾ ਅਰਥ ਹੁੰਦਾ ਹੈ ਸ਼ਰਮ। ਸ਼ਰਮ ਸ਼ਬਦ ਜਿਹੜਾ ਆਮ ਤੌਰ ਦੇ ਉੱਤੇ ਜਦੋਂ ਅਸੀਂ ਕਿਸੇ ਨੂੰ ਕਹੀਏ ਤਾਂ ਇਹਨੂੰ ਸ਼ਰਮ ਨਹੀਂ ਹੈ, ਤਾਂ ਹੋ ਸਕਦਾ ਹੈ ਉਹ ਸ਼ਬਦ ਉਸ ਮਨੁੱਖ ਦੇ ਕੰਨਾਂ ਨੂੰ ਥੋੜਾ ਜਿਹਾ ਅਟਪਟਾ ਲੱਗੇ, ਉਹਨੂੰ ਸੁਣਨ ਵਿੱਚ ਬਹੁਤਾ ਚੰਗਾ ਨਾ ਲੱਗੇ, ਪਰ ਇਹ ਲਫ਼ਜ਼ ਮਾੜਾ ਨਹੀਂ। ਸ਼ਰਮ ਦਾ ਮਤਲਬ ਹੁੰਦਾ ਹੈ ਝਿਜਕ ਕਰਨੀ। ਦੋ ਸ਼ਬਦ ਨੇ ਗੁਰਬਾਣੀ ਵਿੱਚ, ਸ਼ਰਮ ਧਰਮ ਦੋਏ ਛਾਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲੋ। ਇੱਕ ਜਗ੍ਹਾ ਤੇ ਜ਼ੂਰ ਨੇ ਕਿਹਾ ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ। ਇੱਕ ਜਗ੍ਹਾ ਤੇ ਕਿਹਾ ਸ਼ਰਮ ਧਰਮ ਦੋਏ ਨਾਨਕਾ, ਜੇ ਧਨ ਪੱਲੇ ਹੋਏ। ਇਹ ਸ਼ਬਦ ਮਹਾਰਾਜ ਨੇ ਇਕੱਠੇ ਬਾਣੀ ਚ ਵਰਤੇ। ਧਰਮ ਤੇ ਬੜੀ ਉੱਚੀ ਅਵਸਥਾ ਹੈ। ਧਰਮ ਤਾਂ ਅੰਤਰ-ਆਤਮੇ ਦੀ ਪਵਿੱਤਰਤਾ ਹੈ। ਧਰਮ ਜਿੱਥੇ ਹੈ ਉੱਥੇ ਮਨੁੱਖ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਤੂੰ ਸ਼ਰਮ ਕਰ, ਤੂੰ ਲਿਹਾਜ਼ ਕਰ, ਤੂੰ ਝਿਜਕ ਕਰ, ਤੂੰ ਆਹ ਨਾ। ਉੱਥੇ ਹਦਾਇਤ ਦੀ ਲੋੜ, ਉੱਥੇ ਹਦਾਇਤ ਅੰਤਰ-ਆਤਮੇ ਵਿੱਚ ਪਈ ਹੈ। ਉੱਥੇ ਸਵੈ ਪ੍ਰੇਰਨਾ ਹੈ ਵੀ ਆਹ ਨੇਕ ਅਮਲ ਹੈ ਤੇ ਮੈਂ ਕਰਨਾ ਹੈ, ਆਹ ਗਲਤ ਅਮਲ ਹੈ ਤੇ ਕਰਨਾ ਹੀ ਨਹੀਂ, ਅੰਦਰ ਫੁਰਨਾ ਹੀ ਨਹੀਂ ਉਹ ਮਾੜਾ ਕੰਮ ਕਰਨ ਦਾ। ਉਹ ਤੇ ਧਰਮ ਤਾਂ ਬਹੁਤ ਉੱਚੀ ਮਨੋ ਅਵਸਥਾ ਹੈ। ਤੇ ਜਿਹੜੀ ਸ਼ਰਮ ਹੈ, ਸ਼ਰਮ ਇੱਕ ਦੂਜਾ ਸਟੈਪ ਹੈ ਵੀ ਬੰਦਾ ਅੰਦਰੋਂ ਤਾਂ ਇੰਨਾ ਸ਼ੁੱਧ ਨਹੀਂ, ਇੰਨਾ ਚੰਗਾ ਨਹੀਂ, ਪਰ ਘੱਟੋ ਘੱਟ ਉਹਨੂੰ ਲਿਹਾਜ਼ ਤੇ ਹੋਣਾ ਚਾਹੀਦਾ, ਝਿਜਕ ਤੇ ਹੋਣੀ ਚਾਹੀਦੀ ਹੈ ਵੀ ਇਹ ਕੰਮ ਮੈਂ ਨਹੀਂ, ਚਲੋ ਮੈਂ ਅੰਦਰੋਂ ਇੰਨਾ ਪਵਿੱਤਰ ਨਹੀਂ ਹਾਂ ਵੀ ਉਸ ਮਾੜੇ ਕੰਮ ਦੇ ਪ੍ਰਤੀ ਮੇਰੇ ਅੰਦਰ ਖਿਆਲ ਹੀ ਪੈਦਾ ਨਾ ਹੋਵੇ। ਮੰਨ ਲਓ ਮੰਦਾ ਕਰਨ ਦਾ ਖਿਆਲ ਉਪਜਾਇਆ, ਪਰ ਹੁਣ ਅਗਲੀ ਗੱਲ ਹੈ ਵੀ ਜੇ ਅੰਦਰ ਪ੍ਰੋਬਲਮ ਹੋ ਵੀ ਗਈ ਹੈ ਤੇ ਲਿਹਾਜ਼ ਤੇ ਝਿਜਕ ਤੇ ਰੱਖਾਂ ਵੀ ਸਮਾਜ ਹੈ, ਪਰਿਵਾਰ ਹੈ, ਲੋਕ ਹਨ, ਦੁਨੀਆ ਹੈ, ਕਾਨੂੰਨ ਹੈ, ਉਹਨਾਂ ਸਾਰੀਆਂ ਚੀਜ਼ਾਂ ਦਾ ਲਿਹਾਜ਼ ਜੇ ਮੈਂ ਰੱਖ ਲਵਾਂ ਤੇ ਘੱਟੋ ਘੱਟ ਉਹ ਮਾੜੇ ਫੁਰਨੇ ਨੂੰ ਇੰਪਲੀਮੈਂਟ ਕਰਨ ਤੋਂ ਰੋਕਿਆ ਜਾ ਸਕਦਾ, ਉਹਨੂੰ ਪ੍ਰੈਕਟੀਕਲ ਕਰਨ ਤੋਂ ਬੰਦਾ ਰੋਕ ਸਕਦਾ। ਮਾਨੋ ਜਿਵੇਂ ਫੁਰਨਾ ਤੇ ਅੰਦਰ ਮਾੜਾ ਪੈਦਾ ਹੋ, ਘੱਟੋ ਘੱਟ ਲਿਹਾਜ਼ ਨੇ ਉਹਨੂੰ ਰੋਕ ਲਿਆ, ਬੰਦਿਸ਼ਬਾਰ ਦੀ ਨੇ ਰੋਕ ਲਿਆ ਵੀ ਨਹੀਂ, ਸਮਾਜ ਹੈ, ਕੌਮ ਹੈ, ਧਰਮ ਹੈ, ਦੁਨੀਆ ਹੈ, ਪਰਿਵਾਰ ਹੈ, ਸੁਸਾਇਟੀ ਹੈ, ਤੇ ਜਿਹਦੀ ਇਹ ਬੰਦਿਸ਼ ਵੀ ਟੁੱਟ ਜਾਏ, ਧਰਮ ਪਹਿਲਾਂ ਹੀ ਟੁੱਟਿਆ ਸੀ, ਜਿਹਦੀ ਸ਼ਰਮ ਵੀ ਲਿਹਾਜ਼ ਵੀ ਟੁੱਟ ਜਾਏ, ਉਹਨੂੰ ਤੁਸੀਂ ਕਿਵੇਂ ਰੋਕੋਗੇ? ਉਹਨੂੰ ਫਿਰ ਆਪਾਂ ਸ਼ਬਦ ਵਰਤਦੇ ਹਾਂ ਬੇਸ਼ਰਮ ਹੈ, ਮਤਲਬ ਬੇਲਿਹਾਜ਼ ਬੰਦਾ ਹੈ। ਉਹਦਾ ਮਤਲਬ ਝਿਜਕ ਇਹਨੂੰ ਕੋਈ ਨਹੀਂ ਰਹੀ, ਨਾ ਇਹਨੂੰ ਪਰਿਵਾਰ ਦੀ ਝਿਜਕ ਹੈ, ਨਾ ਇਹਨੂੰ ਸਮਾਜ ਦੀ ਝਿਜਕ ਹੈ, ਨਾ ਇਹਨੂੰ ਕਾਨੂੰਨ ਦੀ ਝਿਜਕ ਹੈ, ਨਾ ਇਹਨੂੰ ਕਿਸੇ ਹੋਰ ਚੀਜ਼ ਦਾ ਵਿਚਾਰ ਹੈ। ਇਹ ਤਾਂ ਬੇਝਿਜਕ ਹੋ ਕੇ ਆਪਣੇ ਰਾਹ ਤੇ ਤੁਰ ਰਿਹਾ ਵੀ ਇਹਨੂੰ ਕੋਈ ਸੰਗ ਨਹੀਂ ਹੈ, ਕੋਈ ਲਿਹਾਜ਼ ਨਹੀਂ ਹੈ। ਉਹਨੂੰ ਨਿਰਲੱਜ ਵੀ ਬਾਣੀ ਦੇ ਵਿੱਚ ਸ਼ਬਦ ਵਰਤਿਆ, ਨਿਰਲੱਜ, ਰੇ ਜੀ ਨਿਰਲੱਜ, ਲਾਜ ਤੋਹਿ ਨਾਹੀ, ਹਰ ਤਜ ਕਤ ਕਾਹੂ ਕੇ ਜਾਈ। ਤੋ ਇੱਥੇ ਸ਼ਬਦ ਵਰਤਿਆ ਲਾਜ ਨਾ ਮਰੋ, ਭਾਵ ਸ਼ਰਮ ਨਾਲ ਤੂੰ ਮਰਦਾ ਨਹੀਂ। ਹੁਣ ਵੇਖੋ ਸ਼ਬਦ ਜਿਹੜਾ ਹੈ ਆਪਾਂ ਬੜੀ ਵਾਰ ਯੂਜ਼ ਕਰਦੇ ਹਾਂ, ਜਾਂ ਆਪਾਂ ਕਿਸੇ ਨੂੰ ਕਹਿੰਦੇ ਸ਼ਰਮ 'ਚ ਡੁੱਬ ਮਾਰ,
ਹੁਣ ਸ਼ਰਮ ਤਾਂ ਲਿਹਾਜ਼ ਹੁੰਦਾ ਤੇ ਸ਼ਰਮ ਤੇ ਚੰਗੀ ਚੀਜ਼ ਹੈ, ਇਹਨੂੰ ਔਗਣ ਨਹੀਂ ਮੰਨਿਆ ਮਹਾਰਾਜ। ਕਿਸੇ ਚੀਜ਼ ਦੀ ਝਿਜਕ ਕਰਨੀ, ਖਾਸ ਤੌਰ ਤੇ ਮੰਦੇ ਰਾਹ ਤੇ ਤੁਰਨਾ ਤੇ ਥੋੜੀ ਬੰਦਾ ਝਿਜਕ ਰੱਖੇ। ਤੇ ਜਦੋਂ ਆਪਾਂ ਕਿਸੇ ਨੂੰ ਕਹਿੰਦੇ ਝਿਜਕ, ਸ਼ਰਮ ਵਿੱਚ ਡੁੱਬ ਮਾਰ, ਤੇ ਉਹਦਾ ਮਤਲਬ ਕੀ ਹੁੰਦਾ ਹੈ ਵੀ ਝਿਜਕ ਨੂੰ ਮਹਿਸੂਸ ਕਰ ਤੇ ਆਪਣੇ ਆਪ ਨੂੰ ਲਾਹਨਤ ਪਾ ਕੇ ਜਦੋਂ ਬੰਦਾ ਉਹ ਕੰਮ ਕਰ ਲੈਂਦਾ ਨਾ ਮਾੜਾ, ਫਿਰ ਉਹਨੂੰ ਇਹ ਸ਼ਬਦ ਵਰਤਿਆ ਜਾਂਦਾ, ਪਹਿਲੋਂ ਨਹੀਂ ਵਰਤਿਆ ਜਾ ਸਕਦਾ। ਜਿਹੜਾ ਵਰਤਦਾ ਇਹਦਾ ਮਤਲਬ ਉਹਨੂੰ ਸ਼ਬਦ ਵਰਤੋਂ ਦਾ ਗਿਆਨ ਕੋਈ ਨਹੀਂ। ਇਹ ਅਜੇ ਬੰਦੇ ਨੇ ਮਾੜਾ ਕੰਮ ਕੀਤਾ ਹੀ ਨਹੀਂ, ਅਜੇ ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਜੇ ਉਹਦੇ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਉਹਨੂੰ ਪਹਿਲਾਂ ਹੀ ਕਿ ਸ਼ਰਮ 'ਚ ਡੁੱਬ ਮਾਰੋ, ਕਹੇਗਾ ਕਿਉਂ, ਮੈਂ ਕੀ ਕੀਤਾ। ਜਦੋਂ ਉਹਨੇ ਮਾੜਾ ਕੰਮ ਕਰ ਲਿਆ ਫਿਰ ਉਹਨੂੰ ਲਾਹਨਤ ਪਾਉਣ ਵੱਲੋਂ, ਤਾੜਨਾ ਕਰਨ ਵੱਲੋਂ, ਫਿਰ ਆਪਾਂ ਉਹਨੂੰ ਕਹਿੰਦੇ ਹਾਂ, ਇੱਕ ਸਜ਼ਾ ਹੁੰਦੀ ਹੈ ਫਿਜ਼ੀਕਲੀ ਦੇਣੀ, ਇੱਕ ਹੁੰਦੀ ਹੈ ਮੈਂਟਲੀ ਕਿਸੇ ਨੂੰ ਤਾੜਨਾ ਕਰਨ, ਉਹਨੂੰ ਆਪਾਂ ਕਹਿੰਦੇ ਨੇ ਲਾਹਨਤ ਪਾਓ, ਇਹਨੂੰ ਝਿੜਕੋ, ਇਹਨੂੰ ਤਾੜਨਾ ਕਰੋ। ਯਾਨੀ ਕਿ ਉਹ ਗੱਲ ਜਿਹੜੀ ਮਨ ਦੇ ਪੱਧਰ ਉੱਤੇ ਮਨ ਕਰਕੇ ਕਹੀ ਜਾਵੇ ਵੀ ਇਹਨੂੰ ਮਹਿਸੂਸ ਹੋਵੇ ਗੱਲ। ਤਾਂ ਉੱਥੇ ਕਿਹਾ ਜਾਂਦਾ ਹੈ ਵੀ ਤੂੰ ਸ਼ਰਮ ਵਿੱਚ ਡੁੱਬ ਮਰ ਦੋ। ਇਹਦਾ ਮਤਲਬ ਹੁੰਦਾ ਸੀ ਵੀ ਤੈਨੂੰ ਝਿਜਕ ਕਰਦਿਆਂ ਹੋਇਆਂ ਹੁਣ ਆਪਣੇ ਆਪ ਨੂੰ ਮਹਿਸੂਸ ਕਰਨਾ ਚਾਹੀਦਾ ਵੀ ਤੂੰ ਕਿੰਨਾ ਗਲਤ ਹੈ ਔਰ ਕਿੰਨਾ ਗਲਤ ਸਟੈਪ ਤੋਂ ਚੁੱਕਿਆ। ਸ਼ਬਦ ਦਾ ਭਾਵ ਹੁੰਦਾ ਹੈ, ਸ਼ਬਦ ਤੇ ਦਵਾਈ ਮਾਤਰ ਹੁੰਦਾ। ਇਹ ਜ਼ਹਿਰ, ਇਹਦੇ ਨਾਲ ਦਾ ਜ਼ਹਿਰ ਵੀ ਦੁਨੀਆ 'ਚ ਕੋਈ ਨਹੀਂ ਸ਼ਬਦ ਨਾਲ ਦਾ, ਤੇ ਸ਼ਬਦ ਨਾਲ ਦਾ ਅੰਮ੍ਰਿਤ ਵੀ ਦੁਨੀਆ 'ਚ ਕੋਈ ਨਹੀਂ। ਦੁਨੀਆ ਦੀਆਂ ਜੰਗਾਂ ਲੱਗ ਜਾਂਦੀਆਂ ਨੇ ਇੱਕ ਸ਼ਬਦ ਤੋਂ। ਇੱਕ ਡਿਕਟੇਟਰ, ਇੱਕ ਸਟੇਟ ਦਾ ਪ੍ਰੈਜ਼ੀਡੈਂਟ, ਜ਼ਿੰਮੇਵਾਰ ਬੰਦਾ ਸਟੇਟਮੈਂਟ ਦਿੰਦਾ ਹੈ ਤੇ ਜੰਗ ਸ਼ੁਰੂ ਹੋ ਜਾਂਦੀ। ਲੱਖਾਂ ਹਜ਼ਾਰਾਂ ਲੋਕ ਮਾਰੇ ਜਾਂਦੇ ਨੇ, ਬਿਲੀਅਨਾਂ ਡਾਲਰਸ ਦੀ ਤਬਾਹੀ ਹੋ ਜਾਂਦੀ ਹੈ, ਲੋਕ 50 ਸਾਲ ਪਿੱਛੇ ਚਲੇ ਜਾਂਦੇ ਨੇ, ਤੇ ਅਖੀਰ ਤੇ ਜਦੋਂ ਵਾਰ ਰੁਕਦੀ ਹੈ ਤੇ ਇੱਕ ਸਟੇਟਮੈਂਟ ਨਾਲ ਵੀ ਹੁਣ ਅਸੀਂ ਜੰਗ ਬੰਦੀ ਕਰਦੇ ਹਾਂ, ਸੁਲ੍ਹਾ ਕਰਦੇ ਹਾਂ। ਜ਼ਬਾਨ ਦੇ ਸ਼ਬਦਾਂ ਨੇ ਗੱਲ ਇੱਥੋਂ ਤੱਕ ਪਹੁੰਚਾਈ ਤੇ ਜ਼ਬਾਨ ਦੇ ਸ਼ਬਦਾਂ ਨੇ ਉਸ ਜੰਗ ਨੂੰ, ਤਬਾਹੀ ਨੂੰ ਰੋਕ ਵੀ ਲਿਆ। ਪਰ ਸ਼ਬਦ ਦੀ ਜਿਹੜੀ ਜੜ ਹੁੰਦੀ ਹੈ ਨਾ, ਲਫ਼ਜ਼ ਜਿਹੜਾ ਆਪਾਂ ਬੋਲਦੇ ਹਾਂ, ਸ਼ਬਦ ਜਾਂ ਬੋਲੀ ਜਿਹੜੀ ਹੈ, ਉਹਦੀ ਜੜ ਹੁੰਦੀ ਹੈ ਸਾਡੀ ਮੈਂਟੈਲਿਟੀ, ਜਿਹਨੂੰ ਆਪਾਂ ਕਹਿੰਦੇ ਮਨਸ਼ਾ, ਮਨ ਦੀ ਭਾਵਨਾ ਚੋਂ ਸ਼ਬਦ ਜਿਹੜਾ ਉਹਦੀ ਜੜ ਮਨ ਦੀ ਭਾਵਨਾ ਹੈ। ਤਾਂ ਦੋਨਾਂ ਚੀਜ਼ਾਂ ਨੂੰ ਪੈਰਲਲ ਹੀ ਸਮਝਿਆ ਜਾਂਦਾ ਹੈ। ਸ਼ਬਦ ਕੀ ਹੈ ਤੇ ਸ਼ਬਦ ਬੋਲਣ ਵਾਲੇ ਦੀ ਭਾਵਨਾ ਕੀ ਹੈ। ਆਮ ਅਸੀਂ ਜੀਵਨ ਵਿੱਚ ਵਿਚਰਦੇ ਇੰਨੇ ਡੂੰਘੇ ਨਹੀਂ ਉਤਰਦੇ, ਇਸੇ ਕਰਕੇ ਕਈ ਵਾਰ ਮਾੜੀ ਜੀ ਗੱਲ ਤੋਂ ਭਾਵਨਾ ਨਹੀਂ ਸਮਝੀ, ਸ਼ਬਦ ਫੜ ਲਿਆ, ਸ਼ਬਦ ਨਹੀਂ ਸਮਝਿਆ, ਭਾਵਨਾ ਨੂੰ ਵੇਖ ਲਿਆ। ਤਾਂ ਦੋਵਾਂ ਜਦੋਂ ਅਸੀਂ ਤੋੜ ਕੇ ਇਵੇਂ ਗੱਲਾਂ ਨੂੰ, ਚੀਜ਼ਾਂ ਨੂੰ ਵੇਖਦੇ ਹਾਂ ਤੇ ਕਈ ਵਾਰ ਬੜੀ ਪ੍ਰੋਬਲਮ ਕ੍ਰੀਏਟ ਹੋ ਜਾਂਦੀ। ਖੈਰ, ਗਰੀਬ ਨਵਾਜ ਮਹਾਰਾਜ ਕਹਿੰਦੇ ਲਾਜ ਨਾ ਮਰੋ, ਤੂੰ ਸ਼ਰਮ ਵਿੱਚ ਮਰਦਾ ਕਿਉਂ ਨਹੀਂ, ਭਾਵ ਤੂੰ ਝਿਜਕ ਕਿਉਂ ਨਹੀਂ ਕਰਦਾ। ਇਹ ਗੱਲ ਕਹਿਣ ਲੱਗਿਆ, ਕਹੋ ਘਰ ਮੇਰਾ, ਜਦੋਂ ਤੂੰ ਕਹਿੰਦਾ ਹੈ ਸਾਰਾ ਕੁਝ ਮੇਰਾ ਹੀ ਹੈ, ਬੜੇ ਦਾਅਵੇ ਨਾਲ, ਤੂੰ ਕੰਟਰੋਲ ਦੀ ਭਾਵਨਾ ਨਾਲ, ਸਭ ਕੁਝ ਕੈਪਚਰ ਕਰਨ ਦੀ ਭਾਵਨਾ ਨਾਲ ਜਦੋਂ ਤੂੰ ਜ਼ਿੰਦਗੀ ਜੀਣਾ ਹੈ ਤੇ ਤੇਰੇ ਅੰਦਰ ਦਾਅਵਾ ਹੁੰਦਾ ਹੈ, ਤੇਰੇ ਅੰਦਰ ਸਵਾਰਥ ਹੁੰਦਾ ਹੈ, ਤੇਰੇ ਅੰਦਰ ਹੰਕਾਰ ਹੁੰਦਾ ਹੈ, ਤੇ ਤੂੰ ਕੁਰਾਏ ਪੈਣਾ ਹੈ। ਅੰਤ ਕੀ ਬਾਰ ਨਹੀਂ ਕਸ਼ ਤੇਰਾ, ਯਾਦ ਰੱਖ ਓੜਕ ਨੂੰ। ਅੰਤ ਦਾ ਮਤਲਬ ਹੁੰਦਾ ਹੈ ਓੜਕ। ਓੜਕ ਨੂੰ ਕੁਝ ਵੀ ਤੇਰਾ ਨਹੀਂ ਹੋਵੇਗਾ। ਪਾਣੀ ਨੇ ਤਾਂ ਇੱਥੋਂ ਤੱਕ ਲਿਖਿਆ, ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਬਾਬਾ ਫਰੀਦ ਸਾਹਿਬ ਹੋਰ ਅਗੇਰੇ ਜਾਂਦੇ ਨੇ ਥੋੜ੍ਹਾ ਜਿਹਾ, ਉਹ ਲਿਖਦੇ ਨੇ, ਬੰਦੇ ਦੀਆਂ ਅੱਖਾਂ ਕਈ ਵਾਰ ਉਹਦੇ ਜਿਉਂਦਿਆਂ ਹੀ ਸਾਥ ਛੱਡ ਜਾਂਦੀਆਂ ਨੇ। ਬੰਦਾ ਜੇ ਮਰਿਆ ਨਹੀਂ ਹੁੰਦਾ ਪਰ ਉਹਨੂੰ ਦਿਸਣੋਂ ਹਟ ਜਾਂਦਾ ਹੈ, ਕੰਨਾਂ ਤੋਂ ਸੁਣਨੋਂ ਹਟ ਜਾਂਦਾ ਹੈ, ਜ਼ੁਬਾਨ ਤੇ ਗਲਾ ਰੁਕ ਜਾਂਦੇ ਨੇ, ਦੰਦ ਸਾਥ ਛੱਡ ਜਾਂਦੇ ਨੇ, ਹੱਥ ਪੈਰ ਸਰੀਰ ਦੇ ਅੰਗ ਸਿੱਥਲ ਕਮਜ਼ੋਰ ਹੋ ਜਾਂਦੇ ਨੇ। ਕਹਿੰਦੇ ਸਰੀਰ ਦੇ ਅੰਗ ਹੀ ਜਵਾਬ ਦੇਣਾ, ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੋਤੀ ਧਾ ਸੇ ਜਾਨੀ ਚੱਲ ਗਏ। ਕਹਿੰਦੇ ਸਭ ਤੋਂ ਨਜ਼ਦੀਕੀ ਮਿੱਤਰ ਹੀ ਬੰਦੇ ਦਾ ਸਾਥ ਛੱਡ ਜਾਂਦੇ, ਉਹਦੇ ਸਰੀਰ ਦੇ ਅੰਗ। ਤੋ ਕਹਿੰਦੇ ਨੇ ਓੜਕ ਨੂੰ ਫਿਰ ਉਹ ਵੀ ਘੜੀ ਆਉਂਦੀ ਜਦੋਂ ਸਾਰਾ ਸਰੀਰ ਹੀ ਰੁਕ ਜਾਂਦਾ, ਡੈਡ ਹੋ ਜਾਂਦਾ।
तो इस करके फुरंत की बार नहीं कछते, भावें तू जिन्नी मर्जी झूठ, करप्शन, धोखेबाजियां, जालसाजियां, लोगों दी जेबां कट लै, पराए हक मार लै, ठिब्बियां ला ला के अगे लंघण की कोशिश कर, लोगों के दुख विच खुश हो तो लोगों की खुशी च जिन्ना मर्जी सोग मनाई जा, पर ओड़क नूं इस मनोस्थिति वाले एक गल याद रखी, है तेरा भी कुछ नहीं इत्थे, चीज़ तेरी भी कोई नहीं, परमानेंटली कुछ भी किसी का नहीं है। इस करके तेरी इस दौड़ का भी कोई अर्थ नहीं निकलेगा, कोई नतीजा नहीं निकलेगा। तो फरमाउंदे ने आरंभ के वाक विच, उपजै निपजै निपज समाई। उपज का मतलब होंदा है पैदाइश, निपज का मतलब है वो जिहड़ा बेस है वह वधना फुलना, जिवें माँ की रकत पिता बिंद धारा, एक पानी के अंश दे विचों साडी उत्पत्ति हुंदी है, माँ के गर्भ विच असीं पलदे हाँ, जन्म लैंदे हाँ, पल के शरीर वड्डा हुंदा रहिंदा है, पर ओड़क नूं नतीजा की निकलदा है, समाई लय हो जाता है, शरीर खत्म हो जाता है, शरीर मर मुक जाता है, मिट्टी दे विच रल जाता है, किसी ना किसी रूप विच भी कह लो। नैना दीखत ये जग जाई, कहते मैं अपनी अखां नाल वेख रहा, इस जगत में कोई भी चीज़ थिर नहीं रहिंदी, सब कुछ जा रहा है, अपनी अपनी वारी सिर हर चीज़ खत्म हो रही, डिस्ट्रॉय हो रही, इस कुदरत विचों ही उपज के कुदरत विच ही वलीन हो रही। तो फरमाउंदे हन, चूआ चंदन अनक जतन कर काया पाली। हुण इत्थे अनक जतन का मतलब है कई तरीकों नाल, कई तरीकों नाल। हुण मनुख ने तरीका काया नूं पालना है तो कोई ना कोई आर ते करना ही पेगा, उत्थे उस उन्होंने टारगेट नहीं कर रहा है। भुख है, मनुख अपनी रोटी वास्ते कोशिश करता है, उत्थे उहदी किरत नूं महाराज ने टारगेट नहीं किया। जिथे इत्थे अनक जतन का जिहड़ा भाव है वह है भी बड़े हेर फेर करके काया पाल ली, काया नूं पालन दा दी चिंता जिहड़ी सी ना, उन्हें गलत मोड़ा ले लिया। बाणी विच एक वाक आउंदा है, काया हंस क्या प्रीत है जे पया ही छड्ड जाए, इस नूं कूड़ बोल के खवाली। जदों तुहाडा मकसद जिंदगी का जदों यह बन जाए ना, दुनिया की हर सहूलत मेरे शरीर लई मौजूद हो, सहूलत का अर्थ ही शरीर नाल अटैचड है, चेते च रखे। शरीर का सुख जिहड़ा है वो बाहर दीयां पदार्थक सहूलतां विच है, मन का सुख जिहड़ा है वह मन की अवेयरनैस विच है, मन मानसिक ज्ञान विच है। बाहर का पदार्थ मन को सुख नहीं दे सकता। हाँ, इन्ना फर्क जरूर पैंदा, चेते रखियो, दोवां चीज़ां नूं समझण दी लोड़ है कि जिहड़ी मन का जिहड़ा शरीर का सुख है ना, तन का, वो पदार्थक सहूलतां मिलणगियां तां मिलेगा। गर्मी है, एयर कंडीशन चाहिए है, सर्दी है, हीट चाहिए है, सोहना कपड़ा चाहिए है, वधिया गड्डी चाहिए है, चंगी सिर ते छत चाहिए है, चंगा खाना चाहिए, सारिया चीज़ां शरीर नाल अटैच है, ये शरीर नूं सुख देंदियां। जरूरी थोड़ा भी एसी च बैठा भी बंदा कल्पे ना, जो उहदा मन दुखी है ना तो उत्थे बैठिया भी उहनूं त्रेड़ियां आई जानियां, तो सोहनी छत थले बह के भी कल्पदा ही रहेगा। की आखिए भी जिहड़ा पदार्थक सुख है उन्हें बंदे नूं सुखी कीता नहीं। ते अगली गल समझिए, जिहड़ा मन का सुख है वो निजी अनुभव विच है, सैल्फ अवेयरनैस विच, जिसनों गुरबाणी ने विवेक ज्ञान परमेश्वर के नाम नाल जुड़ना के अपने मूल नाल जुड़ के। हुण पदार्थ ते ढेर ते बैठा बंदा जिहड़ा है सहूलतां मान रहा बंदा मन नूं सुखी नहीं कर सकता, ये तो पक्का है। ते एक चीज़ है, जिस कोल मन का सुख है ना, उहदे कोल बाहर दीयां सहूलतां घट भी होणगियां ते उहदी खुशी नहीं गवाचण लगी। उहदे कोल थोड़ा भी होएगा बहुता करके जाने, उहदे कोल थोड़े साधन भी होणगे ना, बिल्कुल ना मात्र सहूलतां भी होणगियां ना, वो तां भी चढ़दी कला विच रहे। हुण तुसीं आप अंदाज़ा लाओ भी मैं तन दीयां सारियां सहूलतां मन नूं सुख नहीं देंदियां, पर मन का ज्ञान जिहड़ा है वो तन दीयां सहूलतां घट जां ना मात्र होण दे उत्ते भी तुहानूं दुखी नहीं होण दिंदा।
ਤੁਹਾਡੀ ਪ੍ਰੋਟੈਕਸ਼ਨ ਕਰਦਾ ਹੈ। ਦੁੱਖ ਨਾਹੀਂ ਸਭ ਸੁਖ ਹੀ ਹੈ ਰੇ, ਏਕੈ ਏਕੀ ਨੇ ਤੇ ਬੁਰਾ ਨਾਹੀਂ ਸਭ ਭਲਾ ਹੀ ਹੈ। ਕੁਝ ਬੁਰਾ ਨਹੀਂ, ਸਭ ਭਲਾ ਹੀ ਭਲਾ ਹੈ, ਸਭ ਵਧੀਆ ਠੀਕ ਹੈ। ਚੜ੍ਹਦੀ ਕਲਾ ਇਸੇ ਨੂੰ ਕਹਿੰਦੇ। ਆਪਾਂ ਕਹਿ ਤਾਂ ਦੇਨੇ ਵੀ ਚੜ੍ਹਦੀ ਕਲਾ ਹੈ, ਪਰ ਚੜ੍ਹਦੀ ਕਲਾ ਸੂਚਕ ਇਸ ਚੀਜ਼ ਦੀ ਆ ਵੀ ਤੁਸੀਂ ਮੈਂਟਲੀ ਪ੍ਰਪੇਅਰ ਹੋ ਤੇ ਮੈਂਟਲੀ ਖੁਸ਼ ਹੋ। ਚੜ੍ਹਦੀ ਕਲਾ ਦਾ ਭਾਵ ਇਹ ਹੈ। ਤੋ ਫਰਮਾਉਂਦੇ ਨੇ ਇੱਥੇ, ਅਨਕ ਯਤਨ ਕਰ ਕਾਇਆ ਪਾਲੇ, ਹੇਰ ਫੇਰ, ਠੱਗੀਆਂ ਪੈਨਾਮੀਆਂ, ਚੋਰੀਆਂ ਚਕਾਰੀਆਂ, ਲੁੱਟਾਂ ਖੋਹਾਂ, ਦੂਜੇ ਦਾ ਚੁਰਾ ਕੇ ਮਾੜੀ ਕਿਰਤ ਜਿਹਨੂੰ ਆਪਾਂ ਕਹਿ ਦਿੰਦੇ, ਕਾਇਆ ਨੂੰ ਪਾੜ ਲਿਆ। ਮੇਰੀ ਕਾਇਆ ਦੀ ਸਹੂਲਤਾਂ, ਸਰੀਰ ਦੀਆਂ ਸਹੂਲਤਾਂ 'ਚ ਕਮੀ ਨਹੀਂ ਆਉਣੀ ਚਾਹੀਦੀ। ਪਰ ਫਰਮਾਉਂਦੇ ਨੇ ਇਸ ਤਰ੍ਹਾਂ ਕਰਨ ਵਾਲਿਆ ਕਿ ਤੈਨੂੰ ਇਹ ਗੱਲ ਭੁੱਲ ਗਈ ਸੀ, ਮਰਤੀ ਬਾਰ ਅਗਨ ਸੰਗ ਜਾਲੀ। ਜਦੋਂ ਮਨੁੱਖ ਮਰ ਜਾਂਦਾ ਹੈ ਤੇ ਓੜਕ ਨੂੰ ਕੀ ਹੁੰਦਾ ਹੈ, ਸਰੀਰ ਨੂੰ ਆਪਾਂ ਅੱਗ ਵਿੱਚ ਸਾੜ ਦਿੰਦੇ ਹਾਂ, ਜਾਂ ਜੋ ਵੀ ਤਰੀਕਾ ਜਿਸ ਜਗ੍ਹਾ ਤੇ ਵਰਤਿਆ ਜਾਂਦਾ ਹੈ, ਕਿ ਸਰੀਰ ਨੂੰ ਤਾਂ ਡਿਸਟਰੋਏ ਸਾਂਭਣਾ ਹੀ ਹੁੰਦਾ ਹੈ ਨਾ। ਤਾਂ ਫਰਮਾਉਂਦੇ ਹਨ, ਚੂਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਚੂਆ ਦਾ ਮਤਲਬ ਹੈ ਇਤਰ ਆਦਿਕ, ਜਿਹੜੀਆਂ ਸੁਗੰਧੀਆਂ ਆਪਾਂ ਲਾਉਂਦੇ ਤਨ ਦੇ ਉੱਤੇ। ਚੰਦਨ ਆਦਿਕ ਜਾਂ ਇਤਰ ਆਦਿਕ, ਮਰਦਨ ਮਲਦਾ ਹੈ, ਅੰਗਾ ਸਰੀਰ ਦੇ ਅੰਗਾਂ ਦੇ ਉੱਤੇ, ਸਰੀਰ ਦੀ ਸੁਗੰਧੀ ਵਾਸਤੇ। ਫਰਮਾਉਂਦੇ ਹਨ, ਸੋ ਤਨ ਜਲੈ ਕਾਠ, ਓੜਕ ਨੂੰ ਇਹ ਤਨ ਜਿਹੜਾ ਹੈ ਲੱਕੜੀਆਂ ਦੇ ਢੇਰ ਦੇ ਉੱਤੇ ਸੜ ਕੇ ਸਵਾਹ ਹੋ ਜਾਂਦਾ। ਫਿਰ ਅਖੀਰ ਤੇ ਫਰਮਾਉਂਦੇ ਨੇ, ਕਹੋ ਕਬੀਰ ਸੁਨੋ ਰੇ ਗੁਨੀਆਂ। ਗੁਨੀਆਂ ਦਾ ਮਤਲਬ ਹੈ, ਹੇ ਗੁਣਵਾਨ ਮਨੁੱਖ, ਤੂੰ ਮੇਰੀ ਗੱਲ ਧਿਆਨ ਨਾਲ ਸੁਣ। ਜੇ ਤੇਰੇ ਅੰਦਰ ਗੁਣ ਗ੍ਰਹਿਣ ਕਰਨ ਦਾ ਅੰਸ਼ ਹੈ, ਉਤਸੁਕਤਾ ਹੈ, ਜਗਿਆਸਾ ਹੈ, ਕੁਝ ਚੰਗਾ ਵਿਚਾਰ ਸੁਣ ਕੇ ਗ੍ਰਹਿਣ ਕਰਨ ਦੀ, ਤਾਂ ਸੁਣ। ਬਿਨਸੈ ਕੋ ਰੂਪ ਦੇਖੈ ਸਭ ਦੁਨੀਆ। ਜਗਤ ਵੇਖੇਗਾ, ਸੰਸਾਰ ਸਾਰਾ ਜਾਣਦਾ ਹੈ ਕਿ ਓੜਕ ਨੂੰ ਇਹ ਰੂਪ ਬਿਨਸੇਗਾ, ਇਹ ਦੇਹੀ ਖਾਕ ਹੋਏਗੀ, ਇਹ ਸਰੀਰ ਜਿਹੜਾ ਹੈ ਇਹ ਬਿਨਸਨਹਾਰ ਹੈ ਤੇ ਬਿਨਸ ਜਾਏਗਾ। ਤਾਂ ਸ਼ਬਦ ਦਾ ਜੋ ਤਤ ਭਾਵ ਹੈ ਉਹ ਇਹ ਹੈ ਕਿ ਮਨੁੱਖ ਨੂੰ ਹੱਕ ਹਲਾਲ ਤੋਂ ਬਿਨਾਂ ਹਰਾਮ ਆਦਿਕ ਦੀ ਕਿਰਤ ਨਹੀਂ ਕਰਨੀ ਚਾਹੀਦੀ। ਪਰ ਦੂਜਾ ਹੈ ਕਿ ਉਸ ਨੂੰ ਫਜ਼ੂਲ ਦੀ ਦੌੜ, ਤਰੱਕੀ ਕਰਨਾ ਇਨਸਾਨ ਦਾ ਅਧਿਕਾਰ ਹੈ, ਪਰ ਉਸ ਨੂੰ ਗੈਰ ਵਾਜਬ ਢੰਗ ਜਿਹੜੇ ਨੇ, ਜਦੋਂ ਉਹ ਇਹ ਵਰਤਦਾ ਹੈ ਤੇ ਇਹਦਾ ਮਤਲਬ ਉਹਨੇ ਮੌਤ ਨੂੰ ਭੁਲਾ ਛੱਡਿਆ। ਤੋ ਸਤਿਗੁਰੂ ਮਹਾਰਾਜ ਮਿਹਰ ਕਰਨ, ਸ਼ਬਦ ਦਾ ਜੋ ਤਤ ਭਾਵ ਹੈ ਸਾਡੇ ਸਭਨਾਂ ਦੇ ਮਨ ਹਿਰਦਿਆਂ ਦਾ ਹਿੱਸਾ ਬਣੇ। ਭੁੱਲ ਚੁੱਕ ਦੀ ਖਿਮਾ। ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।